ਉਹਦੇ ਵਿੱਚ ਅਸੀਂ ਟਰਾਈ ਕਰਦੇ ਹੈਗੇ ਆ ਕਿ ਪੰਜਾਬੀ ਪਲੱਸ ਇੰਗਲਿਸ਼, ਯਾਨੀ ਕਿ ਜਿਹੜੀ ਪੰਜਾਬੀ ਜਿਵੇਂ ਊੜਾ ਲਿਖਣਾ ਹੈ, ਖਾਲੀ ਊੜਾ ਲਿਖ ਦਿੱਤਾ ਪੰਜਾਬੀ ਦੇ ਵਿੱਚ ਤੇ ਉਹਨੂੰ URA ਜਾਂ ਤਾਂ ਉਹ ਕਰਕੇ ਵੀ ਲਿਖਦੇ ਆ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਰੋਮਨ ਚ ਵੀ ਲਿਖਦੇ ਤਾਂ ਕਿ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਪਹੁੰਚ ਕੀਤੀ ਜਾ ਸਕੇ। ਠੀਕ ਹੈ। ਮੈਂ ਬੜਾ ਇੰਟਰਸਟਿੰਗ ਇੱਕ ਕਿੱਸਾ ਦੱਸਦੀ ਹੈਗੀ ਜੀ। ਕਿਸੇ ਪੰਜਾਬੀ ਦੇ ਨਾਲ ਇੱਕ ਗੋਰੀ ਦਾ ਵਿਆਹ ਹੋਇਆ ਜੀ, ਤੇ ਉਹਨੇ ਮੈਨੂੰ ਬੜੇ ਟਾਈਮ ਬਾਅਦ ਦੱਸਿਆ, ਕਹਿੰਦੀ ਮੈਂ ਕਹਿੰਦੀ ਕਿਡਸ ਕਾਰਨਰ ਤੋਂ ਨਾ ਅੱਖਰ ਸਿੱਖਿਆ, ਕਹਿੰਦੀ ਹੁਣ ਮੈਨੂੰ ਪਤਾ ਲੱਗ ਜਾਂਦਾ ਉਹ ਕੀ ਬੋਲਦਾ ਹੈ। ਘਰ ਬੈਠੇ ਬਜ਼ੁਰਗ ਜਿਹੜੇ ਆ ਉਹ ਜਦੋਂ ਪੜ੍ਹਦੇ ਆ ਤੇ ਨਾਲ ਜਦੋਂ ਛੋਟੇ ਬੱਚੇ ਆ ਉਹ ਫਿਰ ਕਈ ਵਾਰੀ ਪੁੱਛ ਲੈਂਦੇ ਤੇ ਬਈ ਆਹ ਕੀ ਕਰਦੇ ਤੁਸੀਂ, ਫਿਰ ਉਹ ਕਹਿੰਦੇ ਅਸੀਂ ਪੰਜਾਬੀ ਪੜ੍ਹਦੇ, ਤੇ ਉਹਨਾਂ 'ਚ ਕਈ ਵਾਰੀ ਉਤਸ਼ਾਹ ਮੈਂ ਇਹਦੀਆਂ ਤਾਂ ਸਭ 'ਚ ਬਣਦਾ ਤੇ ਕਈ ਵਾਰੀ ਉਤਸ਼ਾਹ ਬਣਦਾ ਵੀ ਅਸੀਂ ਵੀ ਕੁਝ 'ਚੋਂ ਬੜੀਏ। ਜਿਵੇਂ ਆਪਣੀ ਕਈ ਵਾਰੀ ਅਸੀਂ ਘਰ ਦੇ ਬੱਚੇ ਕਈ ਅੱਖਰ ਉਹਨਾਂ ਨੂੰ ਸਮਝ ਨਹੀਂ ਆਉਂਦੇ, ਉਹ ਕਈ ਆਪਸ 'ਚ ਗੱਲਾਂ ਕਰਦੇ ਫਿਰ ਪੁੱਛਣ ਬਹਿ ਜਾਂਦੇ ਆ ਕਿ ਡੈਡੀ ਇਹਦਾ ਕੀ ਮਤਲਬ ਆ। ਤੇ ਫਿਰ ਜਦੋਂ ਅਸੀਂ ਦੱਸਦੇ ਹਾਂ ਫਿਰ ਅਸੀਂ ਨਾਲ ਕਹਿ ਵੀ ਦਿੰਦੇ ਵੀ ਤੁਸੀਂ ਵੀ ਥੋੜ੍ਹਾ ਪੜ੍ਹ ਲਓ ਕਿ ਤਾਂ ਵੀ ਤੁਹਾਨੂੰ ਵੀ ਥੋੜ੍ਹਾ ਇਹਦੇ ਬਾਰੇ ਗਿਆਨ ਹੋਵੇ ਹੋਰ। ਸੋ ਨਿਊਜ਼ੀਲੈਂਡ ਦੇ ਵਿੱਚ ਦੂਸਰਾ ਪੰਜਾਬੀ ਭਾਸ਼ਾ ਹਫ਼ਤਾ 22 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਮਨਾਇਆ ਗਿਆ ਤੇ ਅੱਜ ਇਸ ਜਿਹੜਾ ਮੁਕੱਦਸ ਦਿਨ ਆ ਉਹਨੂੰ ਸੈਲੀਬ੍ਰੇਟ ਕਰਨ ਦੇ ਲਈ ਅੱਜ ਮੀਡੀਆ ਕਰਮੀ ਤੇ ਖਾਸ ਤੌਰ ਤੇ ਉਹ ਟੀਮ ਜਿਨ੍ਹਾਂ ਨੇ ਇਹਦੇ ਪਿੱਛੇ ਬਹੁਤ ਜ਼ੋਰ ਲਾਇਆ ਉਹ ਮੇਰੇ ਨਾਲ ਮੌਜੂਦ ਨੇ ਜੀ। ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਸਿਆਲਾ ਜੀ ਨਾਲ। ਹਰਜਿੰਦਰ ਬਸਿਆਲਾ ਜੀ, ਬਹੁਤ ਸਾਰੀ ਮੁਬਾਰਕਾਂ ਤੁਹਾਨੂੰ, ਨਾਲ ਪੂਰੀ ਟੀਮ ਨੂੰ ਵੀ। ਇਸ ਦੂਸਰਾ ਪੰਜਾਬੀ ਭਾਸ਼ਾ ਹਫ਼ਤਾ ਜਿਹੜਾ ਆ ਉਹਨੂੰ ਅੱਜ ਜਿਹੜਾ ਮਨਾਇਆ ਗਿਆ, ਮੁਕੰਮਲ ਕੀਤਾ ਗਿਆ। ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਜਿਹੜੇ ਯਤਨ ਨੇ ਉਹ ਨਿਊਜ਼ੀਲੈਂਡ ਦੇ ਜਿਹੜੇ ਵਸਿੰਦੇ ਨੇ ਖਾਸ ਤੌਰ 'ਤੇ ਪੰਜਾਬੀ ਉਹਨਾਂ ਨੇ ਦੇਖੇ ਨੇ। ਬਹੁਤ ਵੱਡੀ ਤਾਦਾਦ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੇ ਕਵਿਤਾਵਾਂ ਦੇ ਰਾਹੀਂ ਆਪਣੀ ਬੋਲੀ ਦੇ ਵਿੱਚ ਗੁਰਮੁਖੀ ਗਾ ਕੇ ਉਹਨਾਂ ਨੇ ਪਾਰਟੀਸਪੇਟ ਕੀਤਾ, ਉਹਨਾਂ ਨੇ ਸ਼ਮੂਲੀਅਤ ਕੀਤੀ। ਨਾਲ ਕੋਸ਼ਿਸ਼ ਕੀਤੀ ਗਈ ਕਿ ਇਸ ਜ਼ੁਬਾਨ ਨੂੰ ਸਰਕਾਰੀ ਦਰਬਾਰੇ ਵੀ ਜਿਹੜਾ ਉਹ ਇੱਜ਼ਤ ਮਾਣ ਮਿਲੇ ਤੇ ਉਹਦੇ ਤੁਹਾਨੂੰ ਜਿਹੜਾ ਬੂਰ ਵੀ ਪਿਆ ਤੁਹਾਡੀ ਕੋਸ਼ਿਸ਼ਾਂ ਨੂੰ। ਸਭ ਤੋਂ ਪਹਿਲਾਂ ਤਾਂ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਦੂਸਰਾ ਪੰਜਾਬੀ ਭਾਸ਼ਾ ਜਿਹੜਾ ਮੁਕੰਮਲ ਹੋਇਆ ਆ, ਚਾਹੇ ਕਿ ਕੋਵਿਡ ਦੇ ਜਿਹੜੇ ਹਦਾਇਤਾਂ ਦਾ ਪਾਲਣ ਕਰਦਾ ਬਹੁਤਾ ਵੱਡਾ ਇਕੱਠ ਅਸੀਂ ਨਹੀਂ ਕਰ ਪਾ ਰਹੇ ਹਾਂ, ਪਰ ਫਿਰ ਵੀ ਇਸ ਭਾਸ਼ਾ ਸੰਬੰਧੀ ਜੋ ਸਾਡੇ ਮਨਾਂ ਦੇ ਵਿੱਚ ਜੋ ਜਿਹੜੇ ਸਾਡਾ ਪਿਆਰ ਹੈ, ਸਾਡਾ ਸਤਿਕਾਰ ਹੈ, ਉਹਨੂੰ ਬਰਕਰਾਰ ਰੱਖਣ ਦੇ ਲਈ ਤੇ ਉਹਨੂੰ ਅਗਲੇ ਸਾਲ ਤੱਕ ਹੋਰ ਦੂਣਾ ਚੌਣਾ ਕਰਨ ਦੇ ਲਈ ਜਿਹੜੇ ਯਤਨ ਨੇ ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਤੇ ਜਿਹੜਾ ਸਰਕਾਰੀ ਦਰਬਾਰੇ ਸਾਨੂੰ ਇੱਕ ਸਫਲਤਾ ਹਾਸਲ ਮਿਲੀ ਹੈ ਕਿ ਅਸੀਂ ਅਗਲੇ ਸਾਲ ਤੋਂ ਸਰਕਾਰੀ ਤੌਰ ਤੇ ਜਿਹੜਾ ਸਪਤਾਹ ਆ ਪੰਜਾਬੀ ਭਾਸ਼ਾ ਦਾ ਹਫ਼ਤਾ ਉਹ ਮਨਾ ਸਕਾਂਗੇ, ਉਹਨੂੰ ਕਿੱਦਾਂ ਦੇਖਦੇ ਹੋ? ਜੀ, ਸਭ ਤੋਂ ਪਹਿਲਾਂ ਜਗਬਾਣੀ ਤੇ ਪੰਜਾਬ ਕੇਸਰੀ ਦਾ ਧੰਨਵਾਦ। ਜਿਵੇਂ ਤੁਸੀਂ ਜ਼ਿਕਰ ਕੀਤਾ ਪੰਜਾਬੀ ਭਾਸ਼ਾ ਹਫ਼ਤੇ ਦਾ, ਨਿਊਜ਼ੀਲੈਂਡ ਦੇ ਵਿੱਚ ਅਸੀਂ ਜਿਹੜਾ ਦੂਜਾ ਭਾਸ਼ਾ ਹਫ਼ਤਾ 22 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਪੂਰਾ ਆਕਲੈਂਡ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਮਨਾਇਆ। ਆਕਲੈਂਡ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿਖੇ ਜਿਹੜਾ ਕੱਲ੍ਹ ਇੱਕ ਵਿਸ਼ੇਸ਼ ਜਿਹੜਾ ਸਮਾਗਮ ਕੀਤਾ ਗਿਆ ਜਿਹਦੇ ਵਿੱਚ ਦੋਨਾਂ ਹਾਈ ਕਮਿਸ਼ਨਰ ਆਫਿਸ ਤੋਂ ਜਿਹੜੇ ਅਧਿਕਾਰੀ ਆਏ ਸੀਗੇ ਤੇ ਉਹਨਾਂ ਨੇ ਆ ਕੇ ਇੱਕ ਬਹੁਤ ਹੀ ਜਿਹੜਾ ਕਿ ਯਾਦਗਾਰੀ ਜਿਹੜਾ ਸਮਾਗਮ ਉਸ ਵੇਲੇ ਜਦੋਂ ਹੋ ਗਿਆ, ਜਦੋਂ ਅਸੀਂ ਇੱਕ ਵਿਸ਼ੇਸ਼ ਤੌਰ ਤੇ ਡਾਕ ਟਿਕਟ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਇਹ ਜਾਰੀ ਕੀਤੀ ਗਈ। ਜੀ। ਉਹ ਵੈਲਿੰਗਟਨ ਵਾਲਾ ਜਿਹੜਾ ਸਮਾਗਮ ਆ ਉਹ ਵੱਡੇ ਪੱਧਰ ਦੇ ਉੱਤੇ ਜਿੱਥੇ ਲੋਕਾਂ ਨੇ ਉੱਥੇ ਸ਼ਮੂਲੀਅਤ ਕੀਤੀ, ਉੱਥੋਂ ਨਿਊਜ਼ੀਲੈਂਡ ਦਾ ਸਮੁੱਚਾ ਪੰਜਾਬੀ ਮੀਡੀਆ ਜਿਹੜਾ ਆ ਉਹ ਇੱਕ ਸਾਂਝੇ ਤੌਰ ਦੇ ਉੱਤੇ ਇੱਥੋਂ ਜਿਹੜੇ ਸਾਡੇ ਪ੍ਰਤੀਨਿਧ ਸੀਗੇ ਉਹ ਉੱਥੇ ਜਾ ਕੇ ਜਿਹੜਾ ਪ੍ਰੈਜੈਂਟ ਕਰਕੇ ਆਏ। ਸੋ ਬਹੁਤ ਖੁਸ਼ੀ ਹੋ ਰਹੀ ਹੈ ਜੀ। ਪਿਛਲੇ ਸਾਲ ਅਸੀਂ ਕੋਸ਼ਿਸ਼ ਕੀਤੀ ਸੀਗੀ ਪੰਜਾਬੀ ਭਾਸ਼ਾ ਹਫ਼ਤੇ ਬਾਰੇ ਪੀਪਾ ਖੜਕਾਉਣ ਦੀ, ਅਤੇ ਐਤਕੀ ਜਿਹੜਾ ਪੀਪਾ ਅਸੀਂ ਜਿਹੜਾ ਕੱਲੀ ਗਲੀ 'ਚ ਲੈ ਕੇ ਅਸੀਂ ਵੈਲਿੰਗਟਨ ਤੱਕ ਜਿਹੜਾ ਖੜਕਾਤਾ ਆ। ਬਹੁਤਾ ਕੰਮ ਜਿਹੜਾ ਹੈਗਾ ਆਉਣ ਵਾਲੀ ਸਾਡੀ ਜਿਹੜੀ ਨਵੀਂ ਪੀੜ੍ਹੀ ਨੇ ਉਹ ਕਰਨਾ ਹੈ। ਜਿਵੇਂ ਅੱਜ ਜ਼ਿਕਰ ਵੀ ਹੋਇਆ ਵੀ ਨਵੀਂ ਪੀੜ੍ਹੀ ਨੇ ਜਿਹੜਾ ਇਸ ਜਿਹੜੀ ਜੋਤ ਨੂੰ, ਇਸ ਬੈਟਨ ਨੂੰ ਜਿਹੜਾ ਅੱਗੇ ਲੈ ਕੇ ਜਾਣਾ ਆ, ਇਹ ਮਸ਼ਾਲ ਜਿਹੜੀ ਅਸੀਂ ਇਸ ਤਰ੍ਹਾਂ ਜਲਦੀ ਰੱਖਣੀ ਆ। ਥੋੜ੍ਹੀ ਜਾਣਕਾਰੀ ਬਾਰੇ ਮੈਂ ਦੱਸ ਦੇਵਾਂ, ਜਿਹੜੀ ਸਾਡੀ ਪਿਛਲੀ ਸੈਂਸਸ ਹੋਈ ਆ ਜਨਸੰਖਿਆ ਜਿਹੜੀ 2018 ਦੀ ਨਿਊਜ਼ੀਲੈਂਡ ਦੇ ਵਿੱਚ ਹੋਈ ਸੀ, ਉਹਦੇ ਵਿੱਚ ਜਿਹੜੀ ਪੰਜਾਬੀਆਂ ਨੇ ਆਪਣਾ ਜਿਹੜਾ ਧਰਮ ਲਿਖਾਇਆ ਸੀਗਾ, ਸਿੱਖ ਧਰਮ 41,000 ਲੋਕਾਂ ਨੇ ਲਿਖਾਇਆ ਅਤੇ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਜਿਹੜੀ ਜ਼ੁਬਾਨ ਲਿਖਾਈ ਸੀ ਉਹ 34,000 ਬੰਦੇ ਨੇ ਲਿਖਾਈ ਸੀਗੀ। ਸੋ ਜਿਹੜਾ 7,000 ਦਾ ਫਰਕ ਆ, ਅਸੀਂ ਆਉਣ ਵਾਲੇ 2 ਸਾਲਾਂ ਦੇ ਵਿੱਚ ਕਿਉਂਕਿ 2023 ਦੇ ਵਿੱਚ ਦੁਬਾਰਾ ਜਿਹੜੀ ਇਹ ਹੋਣੀ ਆ, ਉਹ ਜਿਹੜਾ ਫਰਕ ਹੈਗਾ ਉਹ ਅਸੀਂ ਐਤਕੀ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਅਤੇ ਲੋਕੀ ਜਿਹੜੀ ਆਪਣੀ ਜ਼ੁਬਾਨ ਆ ਉਹ ਪੰਜਾਬੀ ਭਾਸ਼ਾ ਲਿਖਾਉਣ, ਤਾਂ ਕਿ ਜਿੰਨੀ ਸਾਡੀ ਆਬਾਦੀ ਹੋਵੇ ਪੰਜਾਬੀਆਂ ਦੀ ਉਨੀ ਜਿਹੜੀ ਪੰਜਾਬੀ ਜਿਹੜੀ ਭਾਸ਼ਾ ਆ ਉਹ ਵੀ ਲੋਕੀ ਇੱਥੇ ਲਿਖਾਉਣ। ਸੋ ਤਾਂ ਹੀ ਸਾਡਾ ਜਿਹੜਾ ਇਹ ਸਾਡਾ ਜਿਹੜਾ ਉੱਦਮ ਆ ਇਹ ਸਫਲ ਹੋ ਸਕਣਾ ਆ। ਜਦੋਂ ਇੱਥੇ ਦੇ ਜੰਮੇ ਬੱਚੇ ਆਪਣੀ ਭਾਸ਼ਾ ਪੰਜਾਬੀ ਲਿਖਾਉਣ ਲੱਗਣਗੇ ਉਦੋਂ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਪੰਜਾਬੀ ਭਾਸ਼ਾ ਜਿਹੜਾ ਹਫ਼ਤਾ ਆ ਉਹ ਅਸੀਂ ਉਹਦੀ ਸਫਲਤਾ ਮੰਨਾਂਗੇ। ਪਰ ਉਨੀ ਦੇਰ ਤੱਕ ਅਸੀਂ ਜਿਹੜੇ ਆਪਣੇ ਉੱਦਮ ਆ
ਜਿੰਨੇ ਵੀ ਸਾਡਾ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਮੀਡੀਆ ਅਸੀਂ ਸਾਂਝੇ ਤੌਰ ਦੇ ਉੱਤੇ ਜਿਹੜੀ ਇਹ ਕਰਨੀ ਚਾਹਾਂਗੇ ਤੇ ਕਰਦੇ ਰਹਾਂਗੇ ਜੀ। ਸ਼ੁਕਰੀਆ। ਮੇਰੇ ਨਾਲ ਪਰਮਿੰਦਰ ਜੀ ਮੌਜੂਦ ਨੇ, ਬਹੁਤ ਲੰਬੇ ਸਮੇਂ ਤੋਂ ਰੇਡੀਓ ਦੇ ਨਾਲ ਜੁੜੇ ਹੋਏ ਨੇ ਤੇ ਜ਼ੁਬਾਨ ਪ੍ਰਤੀ ਬੜੇ ਜਾਗਰੂਕ ਰਹਿੰਦੇ ਨੇ। ਪਰਮਿੰਦਰ ਜੀ, ਜਿੱਦਾਂ ਕਿ ਗੱਲ ਕਰੀ ਹੈ ਬਸਿਆਲਾ ਜੀ ਨੇ ਕਿ ਅਸੀਂ ਚਾਹੇ ਪੋਪੂਲੇਸ਼ਨ ਦੇ ਵਿੱਚ ਜਨਸੰਖਿਆ ਦੇ ਵਿੱਚ ਤਾਂ ਅੱਗੇ ਚਲੇ ਗਏ ਆ, ਪਰ ਪੰਜਾਬੀ ਭਾਸ਼ਾ ਕਿਉਂਕਿ ਬੋਲੀ ਜਿਹੜੀ ਆ ਉਹ ਅਸੀਂ ਈਜ਼ੀਲੀ ਪਾਸ ਔਨ ਕਰ ਜਾਣਾ ਆਪਣੀ ਅਗਲੀ ਪੀੜ੍ਹੀ ਤੱਕ। ਮੁੱਦਾ ਬਣਨਾ ਲਿਖਣ ਦਾ ਤੇ ਪੜ੍ਹਨ ਦਾ। ਕੀ ਦੇਖਦੇ ਹੋ ਕਿ ਹੋਰ ਕਿਹੜੇ ਚੈਲੰਜਸ ਨੇ ਹਜੇ ਕਿ ਇਸ ਜ਼ੁਬਾਨ ਨੂੰ ਅਸੀਂ ਜਿਹੜਾ ਆ ਉਹ ਆਪਣੇ ਬੱਚਿਆਂ ਤੱਕ ਪੜ੍ਹਨ ਦੇ ਬਾਵਜੂਦ ਉਹਨਾਂ ਦੇ ਤੱਕ ਪੰਜਾਬੀ ਉਹ ਪੜ੍ਹ ਵੀ ਸਕਣ ਤੇ ਲਿਖ ਵੀ ਸਕਣ? ਕਿਉਰਾ, ਸਭ ਤੋਂ ਪਹਿਲਾਂ ਤਾਂ ਧੰਨਵਾਦ ਹਰਮੀਕ ਜੀ, ਤੁਸੀਂ ਸਮਾਂ ਕੱਢ ਕੇ ਜਗਬਾਣੀ ਤੇ ਪੰਜਾਬ ਕੇਸਰੀ ਦੀ ਪ੍ਰਤੀਨਿਧਤਾ ਕਰਦੇ ਹਾਂ। ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਤੇ ਇਹਨੂੰ ਬਹੁਤ ਵਧੀਆ ਢੰਗ ਦੇ ਨਾਲ ਹਜ਼ਾਰਾਂ ਲੋਕਾਂ ਤੱਕ ਤੁਸੀਂ ਪਹੁੰਚਦਾ ਕਰਨਾ ਤੇ ਬਹੁਤ ਖੂਬਸੂਰਤ ਜਿਹੜੀਆਂ ਸਤਰਾਂ ਕੇ ਸਵਾਦ ਸ਼ਹਿਦ ਖੰਡ ਦਾ ਮਹਿਮਾ ਗੁਲਾਬ ਦੀ ਦੋਵੇਂ ਵਿਕੇ ਜਿਹਦੇ ਉੱਤੋਂ ਬੋਲੀਓ ਪੰਜਾਬ ਦੀ, ਇਹਦੇ ਕੋਈ ਸ਼ੱਕ ਨਹੀਂ। ਜਿਵੇਂ ਅਕਸਰ ਆਪਾਂ ਜ਼ਿਕਰ ਕਰਦੇ ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ ਤੇ ਹੁਣ ਪ੍ਰਦੇਸੀ ਪੰਜਾਬ, ਜਿਵੇਂ ਬਸਿਆਲਾ ਜੀ ਨੇ ਜ਼ਿਕਰ ਕੀਤਾ, ਮੈਂ ਉਹਦੇ 'ਚ ਥੋੜ੍ਹਾ ਜਿਹਾ ਵਾਧਾ ਕਰਨਾ ਚਾਹੂੰਗਾ। ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ 55,000 ਲੋਕ ਆ ਜਿਨ੍ਹਾਂ ਦਾ ਅਗਲੀ ਵਾਰ ਵੈਸੇ ਲਫ਼ਜ਼ ਪੰਜਾਬੀ ਦੇ ਉੱਤੇ ਜ਼ੋਰ ਹੋਣਾ ਚਾਹੀਦਾ ਕਿ ਸਾਡੀ ਭਾਸ਼ਾ ਪੰਜਾਬੀ ਆ। ਹੁਣ 41,000 ਤਾਂ ਹੋ ਗਿਆ ਸਿੱਖ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ। ਸਾਡਾ ਬਹੁਤ ਸਾਰਾ ਹਿੰਦੂ ਭਾਈਚਾਰਾ, ਸਾਡੇ ਬਹੁਤ ਸਾਰੇ ਮੁਸਲਮਾਨ ਭਰਾ ਜਿਹੜੇ ਆ ਉਹ ਪੰਜਾਬੀ ਸਪੀਕਿੰਗ ਆ, ਜੈਨੀ, ਬੋਧੀ, ਕ੍ਰਿਸਚਨ, ਵੱਖ-ਵੱਖ ਜਿਹੜੇ ਧਰਮਾਂ ਦੇ ਨਾਲ ਲੋਕ ਜੁੜੇ ਆ। ਕੁੱਲ ਮਿਲਾ ਕੇ ਇਹ ਅਗਲੀ ਵਾਰ 55,000 ਦੇ ਅੰਕੜੇ ਤੱਕ ਟਿਕ ਹੋਣਾ ਚਾਹੀਦਾ। ਰਹੀ ਗੱਲ ਚੈਲੰਜਸ ਦੀ, ਇਹ 'ਚ ਕੋਈ ਸ਼ੱਕ ਨਹੀਂ, ਤੁਸੀਂ ਬਿਲਕੁਲ ਸੋਹਣਾ ਨੁਕਤਾ ਚੱਕਿਆ। ਜਿੰਨੀ ਦੇਰ ਤੱਕ ਇਹ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਉਨੀ ਦੇਰ ਤੱਕ ਚੁਣੌਤੀਆਂ ਦੇ ਵਿੱਚੋਂ ਸੰਭਾਵਨਾਵਾਂ ਲੱਭਣੀਆਂ ਬਹੁਤ ਮੁਸ਼ਕਿਲ ਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿੱਥੇ ਵੱਡੀ ਗਿਣਤੀ 'ਚ ਅੱਜ ਲੋਕ ਪੰਜਾਬੀ ਬੋਲ ਰਹੇ, ਹੋ ਸਕਦਾ ਇਹ ਡਰ ਹੈਗਾ, ਸੰਸਾ ਹੈਗਾ ਇਸ ਗੱਲ ਦਾ। ਜਿਵੇਂ ਇੱਕ ਕਿਸਾਨ ਨੂੰ ਹੋਣ ਵਾਲੀ ਫਸਲ ਦੇ ਨਾਲ ਨਾਲ ਅਗਲੀ ਫਸਲ ਦਾ ਵੀ ਸੰਸਾ ਹੁੰਦਾ, ਸਾਨੂੰ ਵੀ ਇਹ ਸੰਸਾ ਹੈ ਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਆ ਉਹ ਪੰਜਾਬੀ ਨੂੰ ਇਕੱਲੇ ਲਿਖਣ ਤੱਕ, ਬੋਲਣ ਤੱਕ ਜਾਂ ਰੁਜ਼ਗਾਰ ਮੁਖੀ ਬਣਾਉਣ ਤੱਕ ਸੀਮਤ ਤਾਂ ਨਹੀਂ ਰਹਿ ਜਾਊਗੀ। ਇਹ ਤਾਂ ਨਹੀਂ ਕਿ ਦਿਲੋਂ ਜਿਹੜਾ ਚਾਅ, ਇੱਕ ਪਿਆਰ ਹੁੰਦਾ ਜਿਹੜਾ ਤੁਹਾਡੇ ਸਾਡੇ ਦਿਲਾਂ ਵਿੱਚ ਆ, ਉਹਨੂੰ ਆਪਾਂ ਬਰਕਰਾਰ ਕਿਵੇਂ ਰੱਖਣਾ। ਪਰ ਮੈਨੂੰ ਦੂਜੇ ਪਾਸੇ ਤਸਵੀਰ ਦਾ ਇਹ ਵੀ ਪਾਸਾ ਨਜ਼ਰ ਆਉਂਦਾ ਵੀ ਜੇ ਸਰਕਾਰੀ ਦਰਬਾਰੇ ਨੂੰ ਮਾਨਤਾ ਮਿਲਦੀ ਆ, ਜੇ ਇੱਥੋਂ ਦੇ ਪਬਲਿਕ ਸੈਕਟਰ ਤੇ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ, ਚਾਹੇ ਮੈਡੀਕਲ ਖੇਤਰ ਦੇ ਵਿੱਚ, ਚਾਹੇ ਇਮੀਗ੍ਰੇਸ਼ਨ ਦੇ ਵਿੱਚ, ਚਾਹੇ ਬੈਂਕਿੰਗ ਦੇ ਵਿੱਚ, ਤੁਸੀਂ ਖੁਦ ਵੀ ਮਹਿਸੂਸ ਕੀਤਾ ਹੋਣਾ, ਲੰਮਾ ਸਮਾਂ ਹੋ ਗਿਆ ਨਿਊਜ਼ੀਲੈਂਡ 'ਚ ਪ੍ਰਵਾਸੀ ਹੋਇਆ, ਕਿ ਜਿਹੜੇ ਬੰਦੇ ਵੱਧ ਭਾਸ਼ਾਵਾਂ, ਇੱਕ ਤੋਂ ਵੱਧ ਭਾਸ਼ਾਵਾਂ ਬੋਲਦੇ ਆ, ਉਹਨਾਂ ਦੀ ਸਰਕਾਰੀ ਦਰਬਾਰੇ ਜਿਹੜੀ ਆ ਉਹ ਵੱਧ ਪੁੱਛ ਪ੍ਰਤੀਤ ਆ ਜੀ। ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਉਸ ਪੁੱਛ ਪ੍ਰਤੀਤ ਦੇ ਵਿੱਚੋਂ ਜਿਹੜਾ ਰੁਜ਼ਗਾਰ ਆ ਉਹ ਨਿਕਲ ਸਕਦਾ, ਸੰਭਾਵਨਾ ਹੈਗੀ ਆ। ਸੋ ਕੋਈ ਸ਼ੱਕ ਨਹੀਂ, ਤੁਹਾਡੀ ਗੱਲ ਜਾਇਜ਼ ਆ ਕਿ ਚੁਣੌਤੀਆਂ ਹੈਗੀਆਂ, ਪਰ ਸੰਭਾਵਨਾਵਾਂ ਨੂੰ ਲੈ ਕੇ ਵੀ ਉਮੀਦ ਜਿਹੜੀ ਅਸੀਂ ਬਰਕਰਾਰ ਰੱਖਦੇ ਹਾਂ ਜੀ। ਮੇਰੇ ਨਾਲ ਉਹ ਵੀ ਟੀਮ ਮੌਜੂਦ ਹੈ ਜਿਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਆ ਕੇ ਪਹਿਲਾ ਪੰਜਾਬੀ ਅਖਬਾਰ ਜਿਹੜਾ ਸ਼ੁਰੂ ਕੀਤਾ ਸੀ ਤੇ ਅੱਜ ਵੀ ਉਹ ਸਫਲਤਾਪੂਰਵਕ ਚੱਲ ਰਿਹਾ। ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ, ਜਦੋਂ ਪੰਜਾਬੀ ਅਖਬਾਰ ਨੂੰ ਤੁਸੀਂ ਸ਼ੁਰੂਆਤ ਕੀਤੀ ਤੇ ਉਦੋਂ ਲੈ ਕੇ ਹੁਣ ਤੱਕ ਇਹਦਾ ਸਫ਼ਰ ਕਿੱਦਾਂ ਦੇਖਦੇ ਹੋ? ਤੇ ਪੰਜਾਬੀ ਅਖਬਾਰ ਨੂੰ ਲੈ ਕੇ ਜਿਹੜੇ ਅਸੀਂ ਬਜ਼ੁਰਗਾਂ ਨੂੰ ਲੈ ਕੇ ਜਾਂ ਅਸੀਂ ਜਿਹੜੇ ਪੰਜਾਬੋਂ ਆਏ ਆ, ਅਸੀਂ ਤਾਂ ਰਹਿੰਦੇ ਹੀ ਹਾਂ ਬੜੇ ਉਤਸੁਕ ਕਿ ਯਾਰ ਕੁਝ ਨਵੀਂ ਕਹਾਣੀ ਪੜ੍ਹਨ ਨੂੰ ਮਿਲੇ, ਕੁਝ ਨਵਾਂ ਨਾਵਲ ਪੜ੍ਹਨ ਨੂੰ ਮਿਲੇ, ਪਰ ਇੱਥੇ ਟੀਨਏਜਰਸ ਵਿੱਚ ਤੁਸੀਂ ਕਿੱਦਾਂ ਦੇਖਦੇ ਹੋ ਕਿ ਉਹਨਾਂ 'ਚ ਕੀ ਰੁਝਾਨ ਹੈ, ਜਾਂ ਅਸੀਂ ਕੋਈ ਤਰੀਕਾ ਵਰਤ ਕੇ ਤੁਹਾਨੂੰ ਲੱਗਦਾ ਹੋਵੇ ਕਿ ਅਸੀਂ ਉਹਨਾਂ ਤੱਕ ਸਹਿਜੇ ਪਹੁੰਚ ਕਰ ਸਕਦੇ ਹਾਂ? ਜਿੱਥੇ ਤੱਕ ਕੋਈ ਪੰਜਾਬੀ ਸਮਾਚਾਰ ਦਾ ਸਵਾਲ ਲੈ ਲਈਏ, ਉਹਦੇ 'ਚ ਅਸੀਂ ਕਿਡਸ ਕਾਰਨਰ ਚਲਾਉਂਦੇ ਹਾਂ ਜੀ, ਤੇ ਇਹ ਲਗਾ ਲਓ 2003 ਤੋਂ ਚਲਾ ਰਹੇ ਹਾਂ, ਉਹ ਹਜੇ ਤੱਕ ਬਹੁਤ ਫੇਮਸ ਹੈ। ਠੀਕ ਹੈ। ਤੇ ਉਹਦੇ ਵਿੱਚ ਅਸੀਂ ਟਰਾਈ ਕਰਦੇ ਹੈਗੇ ਹਾਂ ਕਿ ਪੰਜਾਬੀ ਪਲੱਸ ਇੰਗਲਿਸ਼, ਯਾਨੀ ਕਿ ਜਿਹੜੀ ਪੰਜਾਬੀ ਜਿਵੇਂ ਊੜਾ ਲਿਖਣਾ ਹੈ, ਖਾਲੀ ਊੜਾ ਲਿਖ ਦਿੱਤਾ ਪੰਜਾਬੀ ਦੇ ਵਿੱਚ ਤੇ ਉਹਨੂੰ URA ਇੱਦਾਂ ਉਹ ਕਰਕੇ ਵੀ ਲਿਖਦੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਰੋਮਨ 'ਚ ਵੀ ਲਿਖਦੇ ਤਾਂ ਕਿ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਪਹੁੰਚ ਕੀਤੀ ਜਾ ਸਕੇ। ਠੀਕ ਹੈ। ਮੈਂ ਬੜਾ ਇੰਟਰਸਟਿੰਗ ਇੱਕ ਕਿੱਸਾ ਦੱਸਦੀ ਹੈਗੀ ਹਾਂ। ਕਿਸੇ ਪੰਜਾਬੀ ਦੇ ਨਾਲ ਇੱਕ ਗੋਰੀ ਦਾ ਵਿਆਹ ਹੋਇਆ ਜੀ, ਤੇ ਉਹਨੇ ਮੈਨੂੰ ਬੜੇ ਟਾਈਮ ਬਾਅਦ ਦੱਸਿਆ, ਕਹਿੰਦੀ ਕਿਡਸ ਕਾਰਨਰ ਤੋਂ ਨਾ ਅੱਖਰ ਸਿੱਖਿਆ, ਕਹਿੰਦੀ ਹੁਣ ਮੈਨੂੰ ਪਤਾ ਲੱਗ ਜਾਂਦਾ ਕੀ ਬੋਲਦਾ ਹੈ। ਸੋ ਉਹ ਕਿਉਂਕਿ ਬਹੁਤ ਸਿੰਪਲ ਲੈਂਗੁਏਜ ਦੇ ਅਸੀਂ ਉਹ ਕਰਦੇ ਹੈਗੇ ਆ ਤੇ ਇਸ ਕਰਕੇ ਉਹ ਆਰਟ ਨਾਲ ਰਿਲੇਟਡ ਹੈਗਾ ਆ ਤੇ ਬੱਚੇ ਉਹਦੇ 'ਚ ਇੰਟਰਸਟ ਲੈਂਦੇ ਆ, ਪਾਰਟਿਸਿਪੇਟ ਵੀ ਕਰਦੇ ਆ। ਜਦੋਂ ਅਸੀਂ ਉਹਨਾਂ ਦੀਆਂ ਲਿਖਤਾਂ ਮੰਗਵਾ ਲੈਂਦੇ ਆ ਜਾਂ ਉਹਨਾਂ ਦੀ ਆਰਟ ਨਾਲ ਰਿਲੇਟਡ ਕੋਈ ਵੀ ਚੀਜ਼ ਮੰਗਵਾ ਲੈਂਦੇ ਆ ਤੇ ਉਹ ਕਿਡਸ ਕਾਰਨਰ ਨਾਲ ਜੁੜੇ ਹੀ ਆ, ਉਹ ਹਜੇ ਤੱਕ ਜੁੜੇ ਹੋਏ ਨੇ। ਤੇ ਮੈਨੂੰ ਇੱਦਾਂ ਲੱਗਦਾ ਕਿ ਚਲੋ ਵਿਜ਼ੂਅਲੀ ਬਹੁਤ ਅੱਛਾ ਇਹਦੇ ਤੇ ਇਫੈਕਟ ਕਰਦਾ ਹੈਗਾ। ਚਲੋ ਮੰਨਿਆ ਅਸੀਂ ਨਹੀਂ ਬੋਲ ਸਕਦੇ ਹੈਗੇ, ਪਰ ਵਿਜ਼ੂਅਲ ਤੇ ਅਸੀਂ ਦੇਖ ਕੇ ਪਤਾ ਲੱਗ ਜਾਂਦਾ। ਤੇ ਦੂਜਾ ਪੇਪਰ ਦਾ ਇੱਦਾਂ ਵੀ ਹੈਗਾ ਕਿ ਜੇ ਤੁਹਾਡੇ ਘਰ ਦੇ ਵਿੱਚ ਪੇਪਰ ਹੋਏਗਾ ਉਹ ਤੁਹਾਡੇ ਟੇਬਲ ਤੇ ਪਿਆ ਆ ਤੇ ਦਾਦਾ ਦਾਦੀ, ਨਾਨਾ ਨਾਨੀ ਜਾਂ ਪੇਰੈਂਟਸ ਪੜ੍ਹ ਹੀ ਲੈਂਦੇ ਆ, ਫਿਰ ਬੱਚਿਆਂ ਨੂੰ ਵੀ ਕਹਿ ਦਿੰਦੇ ਆ ਜਾਓ ਪੜ੍ਹੀਏ।
ਤੇ ਇੱਕ ਇੱਕ ਅੱਖਰ ਵੀ ਪੜ੍ਹਨਾ ਸ਼ੁਰੂ ਕੀਤਾ ਤਾਂ ਆਪਾਂ ਕਿਤੇ ਪਹੁੰਚ ਜਾਣਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਨੀਸ਼ੀਏਟਿਵ ਜਿਹੜਾ ਆ ਉਹ ਮਾਪਿਆਂ ਨੂੰ ਲੈਣਾ ਹੀ ਪੈਣਾ ਆ। ਮੇਰੇ ਨਾਲ ਨਵਤੇਜ ਜੀ ਹਾਜ਼ਰ ਨੇ। ਤੇ ਨਵਤੇਜ ਜੀ, ਤੁਸੀਂ ਵੀ ਲਗਾਤਾਰ ਜੁੜੇ ਰਹਿੰਦੇ ਹੋ ਕਿ ਪੰਜਾਬੀ ਦਾ ਜਿਹੜਾ ਪਸਾਰ ਹੈ ਉਹ ਨਿਊਜ਼ੀਲੈਂਡ ਵਿੱਚ ਵੱਡੇ ਪੱਧਰ ਤੇ ਹੋਵੇ। ਅੱਛਾ, ਗੀਤਾਂ ਦੀ ਆਪਾਂ ਗੱਲ ਕਰੀ, ਪੰਜਾਬੀ ਗੀਤ ਲਗਭਗ ਪੂਰੀ ਦੁਨੀਆ 'ਚ ਵੱਜਦੇ ਨੇ। ਸੋ ਬੋਲਣ ਵੱਲੋਂ ਤਾਂ ਮੈਨੂੰ ਲੱਗਦਾ ਨਹੀਂ ਕਿਤੇ ਖਤਰਾ ਹੈਗਾ ਪੰਜਾਬੀ ਨੂੰ। ਪੰਜਾਬੀ ਜਿਹੜੀ ਭਾਸ਼ਾ ਆ ਉਹ ਬੋਲਣੀ ਸਾਡੇ ਜਵਾਕ ਤੇ ਗਾਉਣੀ ਸਿੱਖ ਹੀ ਜਾਂਦੇ ਨੇ। ਤੁਸੀਂ ਦੇਖਿਆ ਹੁਣ ਜਿਹੜੇ ਬੱਚੇ ਇੱਥੋਂ ਦੇ ਜੰਮੇ ਪਲੇ ਨੇ ਉਹ ਵੀ ਪੰਜਾਬੀ ਗਾਣੇ ਗਾਉਂਦੇ ਨੇ। ਜਿਹੜਾ ਲਿਖਣ ਤੇ ਪੜ੍ਹਨ ਵਾਲਾ ਜਿਹੜਾ ਗੈਪ ਆ ਉਹਨੂੰ ਕਿੱਦਾਂ ਬ੍ਰਿਜ ਕਰ ਸਕਦੇ ਹਾਂ ਅਸੀਂ? ਦੇਖੋ, ਦੋ ਗੱਲਾਂ ਇਸ ਦੇ ਵਿੱਚ ਆ ਜਾਂਦੀਆਂ ਕਿ ਜਿੱਥੇ ਪੰਜਾਬੀ ਸਕੂਲ ਸਾਡੇ ਜਿਹੜੇ ਚੱਲਦੇ ਸੈਟਰਡੇ ਨੂੰ, ਉਹ ਇੱਕ ਬਹੁਤ ਵੱਡਾ ਰੋਲ ਅਦਾ ਕਰਦੇ ਆ। ਸੋ ਉਸ ਦੇ ਵਿੱਚ ਆਪਾਂ ਪੇਰੈਂਟਸ ਜਿਹੜੇ ਆ, ਤੁਹਾਡਾ 1 ਘੰਟਾ ਜਾ ਕੇ ਉੱਥੇ ਡਰੋਪ ਕਰਨਾ ਤੇ ਉਹਨਾਂ ਨੂੰ ਲੈ ਕੇ ਆਉਣਾ, ਮੇਰੇ ਖਿਆਲ ਬਾਕੀ ਸਾਰਾ ਕੁਛ ਇੱਕ ਪਾਸੇ ਰੱਖੀਏ, ਸਭ ਤੋਂ ਵੱਡੀ ਇਨਵੈਸਟਮੈਂਟ ਮੈਂ ਮਹਿਸੂਸ ਕਰਦਾ ਉਹ ਹੁੰਦੀ ਹੈ। ਸੋ ਇਹ ਜ਼ਰੂਰ ਇਹ ਚੈਪਟਰ ਜਿਹੜਾ ਇਸ ਦੇ ਨਾਲ ਬ੍ਰਿਜਿੰਗ ਦਾ ਕੰਮ ਕਰਦਾ। ਸੈਕੰਡ ਜਿਹੜਾ ਤੁਸੀਂ ਸਵਾਲ ਬੜਾ ਇੰਪੋਰਟੈਂਟ ਇਸ ਨੂੰ ਮੈਂ ਲੈ ਕੇ ਚੱਲਾਂ, ਜਿਹੜੇ ਕਲਾਸਰੂਮਸ ਦੇ ਵਿੱਚ ਉਹ ਇੰਗਲਿਸ਼ ਸਿੱਖ ਰਹੇ, ਉਸ ਹੀ ਕਲਾਸਰੂਮ ਦੇ ਵਿੱਚ ਆਪਾਂ ਪੰਜਾਬੀ ਐਜ਼ ਅ ਆਪਸ਼ਨ ਕਿੱਦਾਂ ਲੈ ਕੇ ਆਉਣਾ, ਇਸ ਦੇ ਉੱਤੇ ਅਸੀਂ ਮਿਹਨਤ ਕਰ ਰਹੇ ਹਾਂ। ਕਿਉਂਕਿ ਰਿਸੋਰਸਿਸ ਦੇ ਪੱਖੋਂ ਹੁਣ ਕਮਿਊਨਿਟੀਜ਼ ਦੇ ਪਾਕਟ ਜਿਹੜੇ ਵੱਖ-ਵੱਖ ਸਿਟੀਜ਼ 'ਚ ਇਨਫ ਹੋ ਗਿਆ ਆ ਕਿ ਅਸੀਂ ਫੋਰ ਐਗਜ਼ਾਮਪਲ ਪੈਪਰਟੋਈ ਜੋ ਕਿ ਪੰਜਾਬੀਆਂ ਦਾ ਗੜ੍ਹ ਹੈ, ਉੱਥੇ ਜੇ ਆਪਾਂ 2-3 ਸਕੂਲਾਂ ਨੂੰ ਸਿਲੈਕਟਿਵਲੀ ਲੈ ਕੇ ਚੱਲਦੇ ਹਾਂ ਤੇ ਕਿਵੇਂ ਅਸੀਂ ਬੱਚੇ ਜਿਹੜੇ ਲੰਚ ਟਾਈਮ ਹਜੇ, ਕਿਉਂਕਿ ਇਹੀ ਆਪਸ਼ਨ ਅਵੇਲੇਬਲ ਹੁੰਦਾ, ਉੱਥੇ ਪੰਜਾਬੀ ਪੜ੍ਹ ਤੇ ਲਿਖ ਸਕਣ। ਕਿਉਂਕਿ ਅਸੀਂ ਜੇ ਇੱਥੇ ਟੈਕਸ ਪੇਅਰ ਆ ਹਮੇਕ, ਤੇ ਸਾਡਾ ਵੀ ਹੱਕ ਬਣਦਾ ਕਿ ਅਸੀਂ ਜ਼ਬਾਨ ਜਿਹੜੀ ਆ, ਤੇ ਦੂਸਰੀ ਗੱਲ ਹੋਰ ਇੰਪੋਰਟੈਂਟਲੀ ਜਦੋਂ ਉਹ ਜ਼ਬਾਨ ਨੂੰ ਪੜ੍ਹ ਤੇ ਲਿਖ ਤੇ ਨਾਲ ਸ਼ੇਅਰ ਕਰ ਸਕਾਂਗੇ, ਉਹਨਾਂ ਨੇ ਬੀਇੰਗ ਅ ਨਿਊਜ਼ੀਲੈਂਡਰ ਕੰਟਰੀਬਿਊਟ ਕਰਨਾ। ਉਹਨਾਂ ਨੇ ਉਹਨਾਂ ਦਾ ਜਿਹੜਾ ਘਰ ਆ ਤੇ ਉਹਨਾਂ ਨੇ ਇਸ ਘਰ ਨੂੰ ਹੋਰ ਸਵਾਰ ਦੇਣਾ, ਉਹ ਪੰਜਾਬ ਨੂੰ ਇੱਥੇ ਲਿਆ ਕੇ ਤੇ ਉਹਨਾਂ ਦੇ ਨਾਲ ਬਿਜ਼ਨਸ ਕਰਕੇ, ਉਹਨਾਂ ਦੇ ਨਾਲ ਇੰਟਰੈਕਸ਼ਨ ਕਰਕੇ। ਸੋ ਇਸ ਦੇ ਉੱਤੇ ਅਸੀਂ ਆਉਂਦੇ ਸਮੇਂ ਦੇ ਵਿੱਚ ਆਪਣਾ ਜ਼ੋਰ ਜਾਰੀ ਰੱਖਣਾ। ਨਿੱਜੀ ਤੌਰ ਦੇ ਉੱਤੇ 130 ਸਾਲਾਂ ਦੇ ਪੰਜਾਬੀਆਂ ਦੇ ਇਤਿਹਾਸ ਦੇ ਵਿੱਚ ਸਾਡਾ ਹੁਣ ਵਧੀਆ ਟਾਈਮ ਆਉਣ ਲੱਗਾ। ਮੈਂ ਬਹੁਤ ਐਕਸਾਈਟਡ ਹਾਂ ਜੀ। ਸ਼ੁਕਰੀਆ। ਮੇਰੇ ਨਾਲ ਬਿਲਕੁਲ ਕੂਕ ਸਮਾਚਾਰ ਤੋਂ ਉਹ ਸ਼ਖਸ ਮੌਜੂਦ ਨੇ ਜਿਨ੍ਹਾਂ ਨੇ ਇਹ ਘਾਲ ਨਾ ਘਾਲੀ ਹੈ ਤੇ ਇਹ ਲਗਾਤਾਰ ਯਤਨਸ਼ੀਲ ਰਹੇ ਨੇ ਕਿ ਅਖਬਾਰ ਦੇ ਰਾਹੀਂ ਉਹ ਬੱਚਿਆਂ ਤੱਕ, ਇੱਥੋਂ ਦੇ ਜਿਹੜੇ ਮਾਪੇ ਨੇ ਉਹਨਾਂ ਤੱਕ, ਬਜ਼ੁਰਗ ਨੇ ਉਹਨਾਂ ਤੱਕ ਪੰਜਾਬੀ ਭਾਸ਼ਾ ਜਿਹੜੀ ਆ ਉਹਦਾ ਜਿਹੜੀ ਗੁਰਮੁਖੀ ਅੱਖਰ ਆ ਉਹ ਪਹੁੰਚਦਾ ਰਹੇ। ਤੇ ਤੁਸੀਂ ਦੇਖ ਰਹੇ ਹੋਣੇ ਆ ਕਿ ਪਹਿਲਾ ਕਮਿਊਨਿਟੀ ਨਿਊਜ਼ਪੇਪਰ ਹੈ ਪੰਜਾਬੀ ਲੈਂਗੁਏਜ, ਕੂਕ ਸਮਾਚਾਰ। ਬਹੁਤ ਵੱਡੀ ਦੇਣ ਇਹਨਾਂ ਦੀ। ਭਾਜੀ ਉਹਨਾਂ ਦੀ ਕਿੱਦਾਂ ਲੱਗ ਰਿਹਾ ਅੱਜ ਕਿ ਅਸੀਂ ਹੁਣ ਅਖਬਾਰ ਤੋਂ ਪਹਿਲਾ ਹਫਤਾ ਤੇ ਹੁਣ ਦੂਸਰਾ ਹਫਤਾ ਮਨਾ ਰਹੇ ਹਾਂ ਤੇ ਅਗਲੇ ਸਾਲ ਤੋਂ ਅਸੀਂ ਇਹਨੂੰ ਸਰਕਾਰੀ ਤੌਰ ਤੇ ਮਨਾ ਪਾਵਾਂਗੇ? ਤੁਹਾਡੀ ਵੈਸੇ ਟੀ-ਸ਼ਰਟ ਤਾਂ ਦੱਸ ਰਹੀ ਹੈ ਕਿ ਚੱਕਦੇ ਫੱਟੇ, ਅੱਜ ਮੈਨੂੰ ਲੱਗਦਾ ਪੰਜਾਬੀਆਂ ਨੇ ਫੱਟੇ ਚੱਕੇ ਨੇ ਜ਼ਰੂਰ ਨੇ, ਤੇ ਇਹਨੂੰ ਅੱਗੇ ਆਉਣ ਵਿੱਚ ਕਿੱਦਾਂ ਦੇਖਦੇ ਹੋ? ਤੇ ਅਖਬਾਰ ਜਿਹੜੇ ਨੇ, ਪੰਜਾਬੀ ਦੇ ਅਖਬਾਰ ਜਿਹੜੇ ਨੇ, ਉਹ ਹੋਰ ਕਿਸ ਤਰ੍ਹਾਂ ਦਾ ਕੋਈ ਅੱਛਾ ਰੋਲ ਨਿਭਾ ਸਕਦੇ ਨੇ ਤਾਂ ਜੋ ਅਸੀਂ ਜਿਹੜੇ ਟੀਨਏਜਰਸ ਨੇ, ਜਿਹੜੇ ਅਲੜ ਉਮਰ ਦੇ ਜਿਹੜੇ ਸਾਡੇ ਬੱਚੇ ਨੇ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਜੇਕਰ ਉਹ ਸਿੱਖ ਜਾਣਗੇ ਤਾਂ ਉਹਨਾਂ ਦੇ ਅੱਗੇ ਜਿਹੜੇ ਛੋਟੇ ਭੈਣ ਭਰਾ ਨੇ ਉਹਨਾਂ 'ਚ ਵੀ ਰੁਝਾਨ ਜ਼ਰੂਰ ਜਾਊਗਾ। ਉਹਨਾਂ ਨੂੰ ਹੋਰ ਕਿਸ ਤਰੀਕੇ ਨਾਲ ਆਪਾਂ ਅਖਬਾਰਾਂ ਦੇ ਨਾਲ ਜੋੜ ਸਕਦੇ ਹਾਂ ਜਾਂ ਪੰਜਾਬੀ ਗੁਰਮੁਖੀ ਨਾਲ ਜੋੜ ਸਕਦੇ ਹਾਂ? ਜਿੱਦਾਂ ਕੁਲਵੰਤ ਜੀ ਨੇ ਤੁਹਾਡੇ ਨਾਲ ਹੁਣੀ ਗੱਲ ਕੀਤੀ ਸੀ ਕਿ ਕਿਡ ਕਾਰਨਰ ਰੱਖ ਕੇ ਜਿਹੜਾ ਬੱਚਿਆਂ ਨੂੰ ਜੋੜਿਆ ਗਿਆ ਜੀ। ਉਸ ਤੋਂ ਇਲਾਵਾ ਜਿਹੜਾ ਹੈਗਾ ਕਿ ਇਸ ਪੇਪਰ 'ਚ ਹਰ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਕਿ ਜਿਹੜਾ ਵੀ ਬੰਦਾ ਉਹ 'ਚ ਲੱਭਣਾ ਚਾਹੁੰਦਾ, ਜਿਵੇਂ ਸਪੋਰਟਸ ਹੋ ਗਿਆ, ਰਾਜਨੀਤੀ ਹੋ ਗਈ ਜੀ, ਤੁਹਾਡਾ ਬਿਜ਼ਨਸ ਦੀ ਗੱਲ ਹੋ ਗਈ, ਹੋਰ ਕਹਾਣੀਆਂ ਹੋ ਗਈਆਂ, ਆਪਣਾ ਆਰਟੀਕਲ ਹੋ ਗਏ। ਉਹਦੇ ਨਾਲ ਇਹ ਹੈ ਕਿ ਘਰ ਬੈਠੇ ਬਜ਼ੁਰਗ ਜਿਹੜੇ ਆ ਉਹ ਜਦੋਂ ਪੜ੍ਹਦੇ ਆ ਤੇ ਨਾਲ ਜਦੋਂ ਛੋਟੇ ਬੱਚੇ ਆ ਉਹ ਫਿਰ ਕਈ ਵਾਰੀ ਪੁੱਛ ਲੈਂਦੇ ਤੇ ਕਿ ਬਈ ਆਹ ਕੀ ਕਰਦੇ ਤੁਸੀਂ, ਫਿਰ ਉਹ ਕਹਿੰਦੇ ਅਸੀਂ ਪੰਜਾਬੀ ਪੜ੍ਹਦੇ, ਤੇ ਉਹਨਾਂ 'ਚ ਕਈ ਵਾਰੀ ਉਤਸ਼ਾਹ, ਇਹਦੀਆਂ ਤਾਂ ਸਭ 'ਚ ਬਣਦਾ ਤੇ ਕਈ ਵਾਰੀ ਉਤਸ਼ਾਹ ਬਣਦਾ ਵੀ ਅਸੀਂ ਵੀ ਕੁਝ 'ਚੋਂ ਪੜ੍ਹੀਏ। ਜਿਵੇਂ ਆਪਣੀ ਕਈ ਵਾਰੀ ਅਸੀਂ ਘਰ ਦੇ ਬੱਚੇ, ਕਈ ਅੱਖਰ ਉਹਨਾਂ ਨੂੰ ਸਮਝ ਨਹੀਂ ਆਉਂਦੇ, ਉਹ ਕਈ ਆਪਸ 'ਚ ਗੱਲਾਂ ਕਰਦੇ ਫਿਰ ਪੁੱਛਣ ਬਹਿ ਜਾਂਦੇ ਆ ਕਿ ਡੈਡੀ ਇਹਦਾ ਕੀ ਮਤਲਬ ਆ। ਤੇ ਫਿਰ ਜਦੋਂ ਅਸੀਂ ਦੱਸਦੇ ਹਾਂ ਫਿਰ ਅਸੀਂ ਨਾਲ ਕਹਿ ਵੀ ਦੇ ਵੀ ਤੁਸੀਂ ਵੀ ਥੋੜ੍ਹਾ ਪੜ੍ਹ ਲਓ ਜੀ, ਕਿ ਤਾਂ ਵੀ ਤੁਹਾਨੂੰ ਵੀ ਥੋੜ੍ਹਾ ਇਹਦੇ ਬਾਰੇ ਗਿਆਨ ਹੋਵੇ ਹੋਰ ਜੀ। ਤੇ ਉਹ ਵਿੱਚ ਕਦੀ ਕੋਸ਼ਿਸ਼ ਕਰਦੇ, ਪਰ ਉਹਦੇ ਲਈ ਹਜੇ ਜਿਵੇਂ ਹੁਣ ਭਾਜੀ ਹੁਣੀ, ਨਵਤੇਜ ਭਾਜੀ ਹੁਣੀ ਲੱਗੇ ਪ੍ਰੋਜੈਕਟ ਲੈ ਕੇ ਚੱਲੇ ਆ, ਤੇ ਜੇ ਆਪਾਂ ਇਹਨਾਂ ਨੂੰ ਸਕੂਲ 'ਚ ਇੰਟਰੋਡਿਊਸ ਕਰਦੇ ਹਾਂ ਤੇ ਹੌਲੀ ਹੌਲੀ ਆਪਣੇ ਘਰਾਂ 'ਚ ਅਸੀਂ ਜਦੋਂ ਪੰਜਾਬੀ ਦੇ ਵਿੱਚ ਗੱਲਾਂ ਕਰਨ ਦੇ ਨਾਲ ਥੋੜ੍ਹਾ ਉਹਨਾਂ ਨੂੰ ਜਦੋਂ ਅਸੀਂ ਸਬਜੈਕਟ ਦੇ ਤੌਰ 'ਤੇ ਲੈ ਕੇ ਚੱਲਾਂਗੇ ਤਾਂ ਉਹਦੇ ਨਾਲ ਲੱਗਦਾ ਕਿ ਸਾਨੂੰ ਕੁਛ ਰਾਹ ਲੱਭੇਗਾ ਜਿਹਨਾਂ ਅਸੀਂ ਪੰਜਾਬੀ ਨੂੰ ਇੱਥੇ ਪ੍ਰਮੋਟ ਸਹੀ ਤਰ੍ਹਾਂ ਕਰ ਸਕਾਂਗੇ। ਔਰ ਉਹਦੇ ਲਈ ਇੱਕ ਗੱਲ ਹੋਰ, ਪੰਜਾਬੀ ਇੱਥੇ ਹੀ ਪੜ੍ਹ ਕੇ ਨਹੀਂ ਅਸੀਂ ਰਹਿ ਜਾਣਾ ਜੀ। ਸਾਡੀ ਕੋਸ਼ਿਸ਼ ਅੱਗੇ ਸਾਡੇ ਆਉਣ ਵਾਲੀ ਪੀੜ੍ਹੀਆਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇੱਥੇ ਦੇ ਬੜੇ ਬੱਚੇ ਪੰਜਾਬੀ 'ਚ ਪੰਜਾਬ ਜਾ ਕੇ, ਦਿੱਲੀ ਜਾ ਕੇ
ਉਹਦੇ ਵਿੱਚ ਮਹਾਰਤ ਹਾਸਲ ਕਰ ਕੋਈ BA ਕਰਨ ਦੀ ਕੋਸ਼ਿਸ਼ ਕਰਦਾ, ਕੋਈ MA ਕਰਨ ਦੀ ਕੋਸ਼ਿਸ਼ ਕਰੇ, ਕੋਈ PhD ਦੇ ਵਿੱਚ ਜਾਵੇ, ਉਹ ਫਿਰ ਅਸੀਂ ਸੋਚਾਂਗੇ ਵੀ ਸਾਡਾ ਜਿਹੜਾ ਮਿਹਨਤ ਕੀਤਾ ਨਾ ਉਹ ਸਹੀ ਰਾਹੇ ਜਾਂਦਾ ਪਿਆ ਜੀ। ਉਹਦੇ ਲਈ ਬਹੁਤ ਘਾਲਣ ਦੀ ਲੋੜ ਹੈ ਜੀ। ਤੇ ਦੇਖੋ ਹੁਣ ਅੱਗੇ ਭਵਿੱਖ ਕਿੱਥੇ ਤੱਕ ਲੈ ਕੇ ਜਾਂਦਾ, ਕੋਸ਼ਿਸ਼ ਤਾਂ ਸ਼ੁਰੂ ਕਰ ਲਈ ਆ ਜੀ। ਤੇ ਬੜਾ ਅੱਜ ਚੰਗਾ ਲੱਗ ਰਿਹਾ ਜੀ ਕਿ ਦੂਜਾ ਹਫ਼ਤਾ ਭਾਵੇਂ ਕੋਵਿਡ ਕਰਕੇ ਘੱਟ ਗਿਣਤੀ ਇਕੱਠੇ ਹੋਏ ਆ, ਪਰ ਫਿਰ ਵੀ ਉਤਸ਼ਾਹ ਦੇਖਣ ਨੂੰ ਮਿਲਿਆ ਜੀ। ਤੇ ਕੋਸ਼ਿਸ਼ ਕਰਾਂਗੇ ਪੂਰੇ ਦੇਸ਼ 'ਚ ਇਹਨੂੰ, ਪੂਰੇ ਆਕਲੈਂਡ 'ਚ ਇਹਨੂੰ ਅਸੀਂ ਲੈ ਕੇ ਚੱਲੀਏ ਜੀ, ਤੇ ਤਾਂ ਜੋ ਅੱਗੇ ਇਹਦੇ ਰਾਹ ਹੋਰ ਲੱਭ ਸਕੀਏ ਜੀ। ਥੋੜੀ ਮਿੱਠੀ ਥੋੜੀ ਖਰਵੀ, ਹਰ ਲਫ਼ਜ਼ ਚੋਰਸ ਦੀ ਚੋਵੇ, ਮੇਰੀ ਮਾਂ ਬੋਲੀ ਪੰਜਾਬੀ, ਹਰ ਲਹਿਜ਼ੇ ਨੂੰ ਦਿਲ 'ਚ ਸਮੋਵੇ। ਸੋ ਪੰਜਾਬੀ ਜਿੱਥੇ ਵੀ ਗਏ ਨੇ ਆਪਣੀ ਬੋਲੀ, ਆਪਣੀ ਭਾਸ਼ਾ, ਆਪਣਾ ਕਲਚਰ ਜਿਹੜਾ ਉਹ ਨਾਲ ਲੈ ਕੇ ਗਏ ਨੇ, ਤੇ ਇਹ ਯਤਨ ਵੀ ਕਰਦੇ ਰਹੇ ਨੇ ਕਿ ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਆ ਉਹ ਹਮੇਸ਼ਾ ਵਧੇ, ਫੁੱਲੇ ਤੇ ਪ੍ਰਫੁੱਲਤ ਹੋਵੇ। ਨਿਊਜ਼ੀਲੈਂਡ ਦੇ ਵਿੱਚ ਅੱਜ ਦੂਸਰਾ ਪੰਜਾਬੀ ਭਾਸ਼ਾ ਹਫ਼ਤਾ ਉਹਦਾ ਅਖੀਰਲਾ ਦਿਨ ਹੈ, ਤੇ ਇਸ ਦਿਨ ਇੱਕ ਇਕੱਠ ਕਰਕੇ, ਹਾਲਾਂਕਿ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਿਰਫ 25 ਤੋਂ 30 ਬੰਦੇ ਹੀ ਅਲਾਉਡ ਸੀਗੇ, ਸੋ ਉਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੀਡੀਆ ਕਰਮੀਆਂ ਵੱਲੋਂ ਤੇ ਇੱਥੋਂ ਦੇ ਸੋਸ਼ਲ ਤੇ ਸਮਾਜਿਕ ਜਿੰਨੇ ਵੀ ਲੀਡਰ ਸਾਹਿਬਾਨ ਨੇ ਉਹਨਾਂ ਵੱਲੋਂ ਇੱਕ ਹੰਭਲਾ ਮਾਰਿਆ ਗਿਆ ਕਿ ਅਸੀਂ ਕੁਝ ਨਾ ਕੁਝ ਜ਼ਰੂਰ ਕਰੀਏ। ਤੇ ਅੱਜ ਸਭ ਸੋਸ਼ਲ ਲੀਡਰਸ, ਸਮਾਜਿਕ ਲੀਡਰ ਜਿਹੜੇ ਨੇ ਉਹਨਾਂ ਵੱਲੋਂ ਮਿਲ ਕੇ ਇੱਕ ਯਤਨ ਕੀਤਾ ਗਿਆ ਕਿ ਇਹਨੂੰ ਇੱਕ ਅਮਲੀ ਰੂਪ ਦਿੱਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਲਈ ਵੀ ਅਸੀਂ ਹੋਰ ਵਧੇਰੇ ਤਰੀਕੇ ਦੇ ਨਾਲ ਇਸ ਭਾਸ਼ਾ ਨੂੰ, ਇਸ ਲੈਂਗੁਏਜ ਨੂੰ ਨਿਊਜ਼ੀਲੈਂਡ ਦੇ ਕੋਨੇ-ਕੋਨੇ ਪਹੁੰਚਾਈਏ ਤੇ ਆਉਣ ਵਾਲੀ ਪੀੜ੍ਹੀ ਤੱਕ ਅਸੀਂ ਇਹਨੂੰ ਲੈ ਕੇ ਜਾਈਏ। ਮੇਰੇ ਨਾਲ ਮੌਜੂਦ ਨੇ ਜੀ ਆਨਰੇਬਲ ਸਾਡੇ ਬਹੁਤ ਹੀ ਮਾਣਯੋਗ ਭਵ ਢਿੱਲੋਂ ਜੀ, ਆਨਰੇਬਲ ਕੌਂਸਲੇਟ ਆਫ ਇੰਡੀਆ ਦੀ ਪੋਜੀਸ਼ਨ ਤੇ ਨੇ, ਤੇ ਜਦੋਂ ਵੀ ਇਹਨਾਂ ਕੋਲ ਅਸੀਂ ਕੁਝ ਸਿੱਖਣ ਨੂੰ ਚਾਹੀਦਾ, ਕੁਝ ਕਹਿਣ ਨੂੰ ਚਾਹੀਦਾ, ਕੁਝ ਲੈਣ ਨੂੰ ਚਾਹੀਦਾ ਪੰਜਾਬੀ ਭਾਸ਼ਾ ਦੇ ਸੰਦਰਭ ਦੇ ਵਿੱਚ ਖਾਸ ਤੌਰ ਤੇ, ਇਹ ਹਮੇਸ਼ਾ ਹੀ ਅੱਗੇ ਆ ਕੇ ਇਹ ਬਹੁਤ ਮਦਦ ਵੀ ਕਰਦੇ ਨੇ। ਅੱਜ ਇੱਕ ਇੱਥੇ ਆਏ ਨੇ, ਇਹਨਾਂ ਨੇ ਟਿਕਟ ਵੀ ਜਾਰੀ ਕੀਤੀ ਆ, ਉਸ ਟਿਕਟ ਨਾਲ ਵੀ ਤੁਹਾਨੂੰ ਰੂਬਰੂ ਕਰਾਵਾਂਗੇ। ਸੋ ਟਿਕਟ ਜਾਰੀ ਕੀਤੀ ਗਈ ਜਿਹਦੇ ਵਿੱਚ ਉੱਪਰ ਪੰਜਾਬੀ ਗੁਰਮੁਖੀ ਹੈ, ਥੱਲੇ ਸ਼ਾਹਮੁਖੀ ਹੈ, ਤੇ ਦੋਨਾਂ ਪੰਜਾਬਾਂ ਦਾ ਸੁਮੇਲ ਕਰਦੀ ਹੈ ਜਿਹੜੀ ਯਾਦਗਾਰੀ ਟਿਕਟ ਜਿਹੜੀ ਹੈ ਇਹ ਅੱਜ ਦੂਸਰੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਮਨਾਉਂਦੇ ਨੂੰ ਬਣਾਈ ਗਈ ਹੈ। ਸੋ ਭਵ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਸਾਰੀਆਂ ਮੁਬਾਰਕਾਂ, ਜਿਹੜਾ ਕਿ ਲੰਬੇ ਸਮੇਂ ਤੋਂ ਜਦੋਂ ਜਹਿਦ ਚੱਲ ਰਹੀ ਸੀ, ਯਤਨ ਚੱਲ ਰਹੇ ਸੀ, ਪਿਛਲੇ ਸਾਲ ਪਹਿਲਾ ਭਾਸ਼ਾ ਹਫ਼ਤਾ ਮਨਾਇਆ ਗਿਆ, ਅੱਜ ਦੂਸਰਾ ਆ, ਤੇ ਕਿੱਦਾਂ ਦਾ ਲੱਗ ਰਿਹਾ? ਸੋ ਪੰਜਾਬੀ ਭਾਸ਼ਾ ਜਿਹੜੀ ਇੱਕ ਕਹਿੰਦੇ ਨੇ ਕਿ ਜੋ ਆਪਾਂ ਗੱਲਬਾਤ ਕਰਦੇ ਹਾਂ ਤਾਂ ਆਪਣੀ ਜ਼ੁਬਾਨ 'ਚ ਗੱਲ ਕਰਕੇ ਮਜ਼ਾ ਆਉਂਦਾ, ਤੇ ਅੱਜ ਜਿਹੜਾ ਅਸੀਂ ਇਸ ਮੁਕਾਮ ਨੂੰ ਹਾਸਲ ਕੀਤਾ ਜਿੱਥੇ ਅਸੀਂ ਨਿਊਜ਼ੀਲੈਂਡ ਦੀ ਸਰਕਾਰ ਦੇ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਕਿ ਹਾਂਜੀ ਤੁਹਾਨੂੰ ਅਸੀਂ ਓਫੀਸ਼ੀਅਲ ਜਿਹੜਾ ਇੱਕ ਹਫ਼ਤਾ ਅਗਲੇ ਸਾਲ ਤੋਂ ਮਨਾਉਣ ਨੂੰ ਦੇਵਾਂਗੇ, ਇਹ ਸਭ ਦੇਖ ਕੇ ਜਾਣ ਕੇ ਕਿੰਨੀ ਕੁ ਮਨ ਨੂੰ ਖੁਸ਼ੀ ਹੋ ਰਹੀ, ਕਿੰਨਾ ਕੁ ਸਕੂਨ ਮਿਲ ਰਿਹਾ? ਸਭ ਤੋਂ ਪਹਿਲਾਂ ਤਾਂ ਜਗਬਾਣੀ ਦੇ ਜਿੰਨੇ ਵੀ ਸਰੋਤੇ ਨੇ ਸਾਰੀ ਦੁਨੀਆ ਦੇ ਵਿੱਚ, ਉਹਨਾਂ ਨੂੰ ਨਿਊਜ਼ੀਲੈਂਡ ਤੋਂ ਮੇਰੇ ਵੱਲੋਂ, ਕੌਂਸਲੇਟ ਆਫ ਇੰਡੀਆ ਵੱਲੋਂ ਇੱਥੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਹਾਂਜੀ, ਜੋ ਤੁਹਾਡਾ ਮੇਨ ਸਵਾਲ ਹੈਗਾ ਕਿ ਜਿਹੜੀ ਸਾਡੀ ਮਾਂ ਬੋਲੀ ਹੈਗੀ ਹੈ, ਅੱਜ ਉਹਦਾ ਸਰਕਾਰ ਨੇ ਇੱਥੇ ਉਹਦਾ ਹਫ਼ਤੇ ਦੀ ਮਨਜ਼ੂਰੀ ਦੇ ਦਿੱਤੀ ਹੈ ਨਿਊਜ਼ੀਲੈਂਡ ਸਰਕਾਰ ਦੇ, ਤਾਂ ਇਹ ਬਹੁਤ ਹੀ ਪ੍ਰਾਊਡ ਮੂਮੈਂਟ ਹੈਗਾ ਸਾਡੇ ਲਈ, ਤੇ ਸਾਰੀ ਦੁਨੀਆ ਦੇ ਪੰਜਾਬੀਆਂ ਲਈ, ਪੰਜਾਬ ਵਾਸੀਆਂ ਲਈ ਪ੍ਰਾਊਡ ਮੂਮੈਂਟ ਹੈ ਕਿ ਅਸੀਂ 12,000 ਕਿਲੋਮੀਟਰ ਦੂਰ ਵੀ ਆਪਣੀ ਮਾਂ ਬੋਲੀ, ਆਪਣੀ ਪਹਿਚਾਣ, ਸਾਡਾ ਮਾਣ, ਉਹਨੂੰ ਅਸੀਂ ਇੱਥੇ ਮਨਾ ਰਹੇ ਹਾਂ, ਤੇ ਸਾਡੀ ਕਮਿਊਨਿਟੀ ਸਾਰੀ ਦੁਨੀਆ ਦੇ ਵਿੱਚ ਵੱਧ ਰਹੀ ਹੈਗੀ ਹੈ, ਤੇ ਇੱਦਾਂ ਹੀ ਸਾਡੀ ਬੋਲੀ, ਸਾਡੀ ਪਹਿਚਾਣ ਹੈ ਜਿਹੜੀ ਉਹ ਇੱਦਾਂ ਹੀ ਇੱਥੇ ਵੱਧਦੀ ਰਹੇ। ਸੋ ਸਾਡੇ ਵੱਲੋਂ, ਸਾਡੇ ਆਫਿਸਰਸ ਵੱਲੋਂ, ਭਾਰਤ ਸਰਕਾਰ ਵੱਲੋਂ ਸਾਡੀ ਸਾਰਿਆਂ ਨੂੰ ਇੱਥੇ ਜਿਹੜਾ ਸਾਡਾ ਐਥਨਿਕ ਮੀਡੀਆ ਹੈਗਾ, ਪੰਜਾਬੀ ਮੀਡੀਆ ਹੈ, ਉਹਨੂੰ ਬਹੁਤ ਬਹੁਤ ਵਧਾਈ, ਕਿਉਂਕਿ ਇਹ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਹਦੇ ਵਿੱਚ ਸਾਰਾ ਰੋਲ ਪੰਜਾਬੀ ਮੀਡੀਆ ਦਾ ਸੀਗਾ ਜੀ, ਉਹ ਵੀ ਜਿਹੜੇ ਇੱਥੋਂ ਦੇ ਲੋਕਲ ਜਿਨ੍ਹਾਂ ਨੇ ਇਕੱਠੇ ਹੋ ਕੇ ਕੀਤਾ। ਸੋ ਮੈਂ ਬਹੁਤ ਹੀ ਜ਼ਿਆਦਾ ਪ੍ਰਾਊਡ ਮਹਿਸੂਸ ਕਰ ਰਿਹਾ ਕਿ ਸਾਡੇ ਲੋਕਾਂ ਨੇ ਰਲ ਮਿਲ ਕੇ ਅੱਜ ਇਹ ਇੰਨਾ ਵੱਡਾ ਉਪਰਾਲਾ ਕੀਤਾ ਡਿਸਪਾਈਟ ਲੋਕਡਾਊਨ, ਕਿਉਂਕਿ ਤੁਹਾਨੂੰ ਪਤਾ ਹੋਊਗਾ ਇੱਥੇ ਲੋਕਡਾਊਨ ਚੱਲ ਰਿਹਾ। ਜੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਅਜੇਵਾਲ ਜੀ ਮੌਜੂਦ ਨੇ। ਅਜੇਵਾਲ ਜੀ ਲਗਾਤਾਰ ਕਮਿਊਨਿਟੀ ਦੇ ਕਾਰਜਾਂ ਵਿੱਚ ਯਤਨਸ਼ੀਲ ਰਹਿੰਦੇ ਨੇ, ਕਾਰਜਸ਼ੀਲ ਰਹਿੰਦੇ ਨੇ। ਅਜੇ ਜੀ, ਅੱਜ ਡਾਕ ਟਿਕਟ ਵੀ ਜਿਹੜੀ ਜਾਰੀ ਕੀਤੀ ਗਈ ਹੈ ਗੁਰਮੁਖੀ ਤੇ ਸ਼ਾਹਮੁਖੀ ਦੋਨਾਂ ਪੰਜਾਬਾਂ ਦੇ ਲਈ, ਤੇ ਅੱਜ ਜਿਹੜੀ ਖਬਰ ਬੜੀ ਸਕੂਨ ਦੇਣ ਵਾਲੀ ਹੈ, ਬੜੀ ਖੁਸ਼ੀ ਵਾਲੀ ਹੈ ਕਿ ਪੰਜਾਬੀ ਭਾਸ਼ਾ ਨੂੰ ਨਿਊਜ਼ੀਲੈਂਡ ਦੀ ਸਰਕਾਰ ਨੇ ਇੱਕ ਅਧਿਕਾਰਿਕ ਤੌਰ ਤੇ ਭਾਸ਼ਾ ਮੰਨਣ ਦੀ ਹਰੀ ਝੰਡੀ ਦਿੱਤੀ ਹੈ ਕਿ ਇਸ ਪ੍ਰਤੀ ਹਫ਼ਤਾ ਜਿਹੜਾ ਅਗਲੇ ਸਾਲ ਤੋਂ ਮਨਾਇਆ ਜਾਊਗਾ। ਕਿੱਦਾਂ ਦਾ ਮਹਿਸੂਸ ਹੋ ਰਿਹਾ? ਦੇਖੋ, ਬੜੀ ਮਾਣ ਵਾਲੀ ਗੱਲ ਹੈ ਹਰਮੀਕ ਆਪਣੇ ਲਈ। ਆਈ ਥਿੰਕ ਜਿਹੜਾ ਇਸ ਦੁਨੀਆ ਵਿੱਚ ਸਭ ਤੋਂ ਉੱਚਾ ਜਿਹੜਾ ਰਿਸ਼ਤਾ ਹੈ ਉਹ ਸਾਡੀ ਮਾਂ ਦੇ ਨਾਲ ਹੁੰਦਾ ਨੇ, ਤੇ ਇਹਨੂੰ ਮਾਂ ਬੋਲੀ ਕਿਹਾ ਜਾਂਦਾ ਹੈ। ਸੋ ਮੈਂ ਸਮਝਦਾ ਇਸ ਤੋਂ ਵੱਧ
ਧੰਨਵਾਦੀ ਫਕਰ ਵਾਲੀ ਗੱਲ ਸਾਡੇ ਲਈ ਨਹੀਂ ਹੋ ਸਕਦੀ ਕਿ ਇਹਨੂੰ ਇਸ ਮਾਨਤਾ ਇੱਕ ਤਰ੍ਹਾਂ ਦਾ ਇੱਕ ਐਕਸੈਪਟੈਂਸ ਮਿਲੀ ਆ ਤੇ ਚਾਹੁੰਦੇ ਆ ਕਿ ਇਹ ਇਦਾਂ ਹੀ ਲਾਗੂ ਵੀ ਹੋਵੇ ਸਕੂਲਾਂ ਵਿੱਚ ਤਾਂ ਕਿ ਜਿਹੜੀ ਆਉਣ ਵਾਲੀ ਸਾਡੀ ਅਗਲੀ ਜਨਰੇਸ਼ਨ ਹੈ ਪੰਜਾਬੀ ਪੜ੍ਹ ਵੀ ਸਕੇ ਸਕੂਲਾਂ ਦੇ ਵਿੱਚ। ਮੇਰੇ ਨਾਲ ਮੌਜੂਦ ਨੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਪੰਜਾਬੀ MP ਸਰਦਾਰ ਕੰਵਲ ਸਿੰਘ ਬਖਸ਼ੀ ਜੀ। ਬਖਸ਼ੀ ਸਾਹਿਬ, ਪਹਿਲਾਂ ਤਾਂ ਬਹੁਤ ਸਾਰੀ ਮੁਬਾਰਕਾਂ ਤੁਹਾਨੂੰ ਇਸ ਪੰਜਾਬੀ ਭਾਸ਼ਾ ਹਫ਼ਤਾ ਦੀਆਂ, ਤੇ ਜਿਹੜੀ ਬੜੀ ਸਕੂਨ ਵਾਲੀ ਤੇ ਬੜੀ ਖੁਸ਼ੀ ਵਾਲੀ ਗੱਲ ਜਿਹੜੀ ਅੱਜ ਹੋਈ ਹੈ ਕਿ ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਸਾਨੂੰ ਅਗਲੇ ਵਰੇ ਤੋਂ ਇਸ ਭਾਸ਼ਾ ਦੇ ਪ੍ਰਸਾਰ ਦੇ ਲਈ ਅੱਗੇ ਲੈ ਕੇ ਜਾਣ ਦੇ ਲਈ ਇੱਕ ਹਫ਼ਤਾ ਜਿਹੜਾ ਆ ਉਹ ਮਨਾਉਣ ਦੀ ਆਜ਼ਾਦੀ ਦਿੱਤੀ ਹੈ ਕਿ ਅਸੀਂ ਇਸ ਨੂੰ ਮਨਾ ਸਕਦੇ ਹਾਂ। ਬੱਚਿਆਂ ਤੱਕ, ਆਉਣ ਵਾਲੀ ਪੀੜ੍ਹੀ ਤੱਕ ਅਸੀਂ ਹੁਣ ਸਹਿਜੀ ਰੂਪ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹੁੰਚਾ ਸਕਾਂਗੇ। ਕਿੰਨਾ ਕੁ ਅੱਛਾ ਲੱਗ ਰਿਹਾ, ਖੁਸ਼ੀ, ਸਕੂਨ ਹੈ। ਤੇ ਇਸ ਜਦੋਂ ਤੁਸੀਂ ਪਾਰਲੀਮੈਂਟ ਵਿੱਚ ਰਹੇ ਹੋ, ਪਿਛਲਾ ਇੱਕ ਲੰਬਾ ਸਮਾਂ ਜਿਹੜਾ ਤੁਸੀਂ ਪੰਜਾਬੀ ਨੁਮਾਇੰਦਗੀ ਵੀ ਕੀਤੀ ਹੈ, ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਕਿੰਨੇ ਕੁ ਯਤਨ ਹੁੰਦੇ ਰਹੇ ਨੇ, ਤੇ ਅੱਜ ਜਿਹੜਾ ਮੁਕਾਮ ਅਸੀਂ ਹਾਸਲ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਵੱਡੀ ਮਾਣ ਦੀ ਗੱਲ ਹੈ ਕਿ ਮੈਂ ਇੱਕ ਪੰਜਾਬੀ ਹਾਂ ਔਰ ਇਹ ਪੰਜਾਬੀ ਹਫ਼ਤੇ ਦੀ ਜਿਹੜੀ ਸਰਕਾਰ ਵੱਲੋਂ ਅਹਿਮੀਅਤ ਦਾ ਜ਼ਾਹਿਰ ਕੀਤੀ ਹੈ ਸਾਡੀ, ਕਿਉਂਕਿ ਪੋਪੂਲੇਸ਼ਨ ਦੇਖੋ ਤੇ ਲਗਾਤਾਰ ਵੱਧਦੀ ਜਾ ਰਹੀ ਹੈ। ਅਸੀਂ ਤਕਰੀਬਨ 50,000 ਦੇ ਕਰੀਬ ਪੰਜਾਬੀ ਜੋ ਇਸ ਮੁਲਕ ਵਿੱਚ ਪਹੁੰਚ ਗਏ ਹਾਂ। ਜਿਵੇਂ ਜਿਵੇਂ ਨੰਬਰਸ ਵਧਣਗੇ ਉਵੇਂ ਉਵੇਂ ਸਰਕਾਰ ਜਿਹੜੀ ਹੈ ਇਸ ਚੀਜ਼ ਨੂੰ ਜ਼ਿਆਦਾ ਮਾਨਤਾ ਦੇਗੀ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅਗਲੇ ਸਾਲ ਤੋਂ ਜੋ ਹੈਲਥ ਮਿਨਿਸਟਰੀ, ਐਜੂਕੇਸ਼ਨ ਮਿਨਿਸਟਰੀ ਜੋ ਨੇ ਇਸ ਚੀਜ਼ ਨੂੰ ਰਿਕੋਗਨਾਈਜ਼ ਕਰਨਗੇ ਔਰ ਮੈਂ ਉਮੀਦ ਕਰਦਾ ਹਾਂ ਕਿ ਅਗਲੇ ਸਾਲ ਅਸੀਂ ਕੋਸ਼ਿਸ਼ ਕਰਕੇ ਪੰਜਾਬੀ ਜਿਹੜੀ ਪ੍ਰੇਅਰ ਹੈ, ਕਿਉਂਕਿ ਜਦ ਹਿੰਦੀ ਨੂੰ ਰਿਕੋਗਨਾਈਜ਼ ਕੀਤਾ ਗਿਆ ਸੀਗਾ ਤੇ ਉਸ ਟਾਈਮ ਤੇ ਮੈਂ ਹਿੰਦੀ ਵਿੱਚ ਪਾਰਲੀਮੈਂਟ ਵਿੱਚ ਪ੍ਰੇਅਰ ਕੀਤੀ ਸੀਗੀ ਜੀ। ਅਗਰ ਹੋ ਸਕੇਗਾ ਤੇ ਆਉਣ ਵਾਲੇ ਸਾਲ ਵਿੱਚ ਅਸੀਂ ਕਿਸੇ ਨਾ ਕਿਸੇ ਨੂੰ ਕਹਾਂਗੇ ਕਿ ਉਹ ਪੰਜਾਬੀ ਹਫ਼ਤੇ ਦੇ ਦੌਰਾਨ ਪੰਜਾਬੀ ਭਾਸ਼ਾ ਵਿੱਚ ਵੀ ਜੋ ਪਾਰਲੀਮੈਂਟ ਦੀ ਪ੍ਰੇਅਰ ਹੈ ਉਹਨੂੰ ਬੋਲਣ। ਔਰ ਕਾਫੀ ਜਦੋਜਹਿਦ ਕਰਨੀ ਪੈਂਦੀ ਹੈ ਹਰ ਚੀਜ਼ ਨੂੰ ਜੀ, ਆਸਾਨ ਨਹੀਂ ਹੁੰਦਾ, ਪਰ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਇਸ ਟੀਮ ਨੂੰ ਜਿਨ੍ਹਾਂ ਨੇ ਇਸ ਉਪਰਾਲੇ ਨੂੰ ਜਿਹੜਾ ਹੈ ਉਹ ਇਸ ਮੁਕਾਮ ਤੇ ਪਹੁੰਚਾਇਆ ਔਰ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਪੰਜਾਬੀ ਜਿਹੜੀ ਹੈ ਪ੍ਰਫੁੱਲਤ ਹੋਏਗੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਸਿਰਫ ਸਾਡਾ ਜੋ ਚੜ੍ਹਦਾ ਪੰਜਾਬ ਹੈ ਉਹ ਨਹੀਂ, ਲਹਿੰਦੇ ਪੰਜਾਬ ਦੇ ਵੀ ਜਿਹੜੇ ਬਾਸ਼ਿੰਦੇ ਨੇ ਉਹ ਵੀ ਇਹਦੇ ਵਿੱਚ ਆਪਣਾ ਸਹਿਯੋਗ ਦੇ ਰਹੇ ਨੇ। ਸਾਡੀ ਭਾਸ਼ਾ ਜਿਹੜੀ ਹੈ ਉਹ ਕਿਸੇ ਧਰਮ ਤੇ ਆਧਾਰਿਤ ਨਹੀਂ ਹੈ, ਕਿਸੇ ਇੱਕ ਵਿਸ਼ੇਸ਼ ਧਰਮ ਦੀ ਭਾਸ਼ਾ ਨਹੀਂ ਹੈ। ਚਾਹੇ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਕ੍ਰਿਸਚਨ ਹੋਏ, ਅਸੀਂ ਸਭ ਪੰਜਾਬੀ ਬੋਲਦੇ ਹਾਂ ਔਰ ਸਾਨੂੰ ਮਾਣ ਹੋਣਾ ਚਾਹੀਦਾ ਸਾਡੀ ਭਾਸ਼ਾ ਦਾ। ਔਰ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਉਣ ਲਈ ਇੱਕ ਆਰਡਰ ਪਾਸ ਕੀਤਾ ਹੈ, ਉਸੇ ਤਰੀਕੇ ਸਾਡੀ ਨੈਸ਼ਨਲ ਪਾਰਟੀ ਵੱਲੋਂ ਇੱਕ ਬਿੱਲ ਇੰਟਰੋਡਿਊਸ ਕੀਤਾ ਗਿਆ ਸੀਗਾ, ਪ੍ਰਾਈਵੇਟ ਮੈਂਬਰਸ ਬਿੱਲ, ਜਿਹਦੇ ਵਿੱਚ ਸੈਕੰਡ ਲੈਂਗੁਏਜ ਨੂੰ ਜੋ ਹੈ ਮਾਨਤਾ ਦੇਣ ਦੀ ਗੁਜ਼ਾਰਿਸ਼ ਕੀਤੀ ਗਈ ਸੀ। ਪਰ ਇਸ ਮੌਜੂਦਾ ਸਰਕਾਰ ਨੇ ਉਸ ਬਿੱਲ ਨੂੰ ਡਿਫੀਟ ਕਰ ਦਿੱਤਾ। ਬੜੀ ਅਫਸੋਸ ਦੀ ਗੱਲ ਹੈ, ਨਹੀਂ ਤਾਂ ਇਹ ਬਿੱਲ ਪਾਸ ਹੋ ਕੇ ਸੈਕੰਡ ਭਾਸ਼ਾ ਦੇ ਤੌਰ ਤੇ ਸਕੂਲਾਂ ਦੇ ਵਿੱਚ ਇਹਦੇ ਉੱਤੇ ਕੰਮ ਕੀਤਾ ਜਾ ਸਕਦਾ ਸੀ ਜੀ। ਬਖਸ਼ੀ ਜੀ, ਮੈਨੂੰ ਯਾਦ ਹੈ ਜਦੋਂ ਤੁਹਾਡੀ ਟੈਨਿਊਰ ਸੀਗੀ ਪਾਰਲੀਮੈਂਟ ਦੇ ਵਿੱਚ, ਜਦੋਂ ਤੇ ਉਦੋਂ ਵਿਸਾਖੀ ਵੀ ਜਿਹੜੀ ਪਹਿਲੀ ਵਾਰੀ ਮਨਾਈ ਗਈ ਸੀਗੀ। ਉਸ ਤੋਂ ਬਾਅਦ ਆਪਾਂ ਚੱਲੀਏ ਜਿਹੜਾ ਦੀਵਾਲੀ ਮੇਲਾ ਆ ਉਹ ਬਹੁਤ ਵੱਡੀ ਤਾਦਾਦ ਵਿੱਚ ਮਨਾਇਆ ਜਾਂਦਾ ਆ। ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਅਗਲੇ ਸਾਲ ਦੇ ਵਿੱਚ ਪੰਜਾਬੀ ਭਾਸ਼ਾ ਜਿਹੜਾ ਹਫ਼ਤਾ ਆ ਉਹ ਵੀ ਇਸੇ ਤਰ੍ਹਾਂ ਜਾਹੋ ਜਲਾਲ ਨਾਲ ਮਨਾਇਆ ਜਾਊਗਾ? ਬਿਲਕੁਲ, ਇਹਦੇ ਵਿੱਚ ਕੋਈ ਮੈਨੂੰ ਇਹ ਨਜ਼ਰ ਨਹੀਂ ਆ ਰਹੀ ਅੜਚਨ ਕਿ ਕਿਉਂ ਨਹੀਂ ਹੋ ਸਕਦਾ। ਅਸੀਂ ਪਾਰਲੀਮੈਂਟ ਦੇ ਵਿੱਚ ਆਰਗੇਨਾਈਜ਼ ਕਰ ਸਕਦੇ ਹਾਂ ਔਰ ਮੈਂ ਇਸ ਟੀਮ ਦੇ ਨਾਲ ਸਹਿਯੋਗ ਨਾਲ ਪਾਰਲੀਮੈਂਟ ਦੇ ਵਿੱਚ ਇਹ ਫੰਕਸ਼ਨ ਜਿਹੜਾ ਹੈ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਉਮੀਦ ਕਰਦੇ ਹਾਂ ਕਿ ਪੰਜਾਬੀ ਵੱਧ ਚੜ੍ਹ ਕੇ ਉੱਥੇ ਪਹੁੰਚ ਕੇ ਇਸ ਹਫ਼ਤੇ ਨੂੰ ਮਨਾਉਣਗੇ ਜੀ। ਬਹੁਤ ਬਹੁਤ ਸ਼ੁਕਰੀਆ ਗੱਲਬਾਤ। ਸੋ ਫੋਕੀ ਟੌਰ ਕਿਉਂ ਜਮਾਵੇ ਅੰਗਰੇਜ਼ੀ ਵਰਬਾਂ ਦੀ, ਬੋਲ ਪੰਜਾਬੀ ਲੁੱਟ ਲੈ ਜਾਣ ਮੇਰੀ ਅਰਬਾਂ ਖਰਬਾਂ ਦੀ। ਸੋ ਜਗਬਾਣੀ ਨਿਊਜ਼ੀਲੈਂਡ ਤੋਂ ਮੈਂ ਹਰਮੀਤ ਸਿੰਘ, ਧੰਨਵਾਦ ਤੁਹਾਡਾ ਸਾਰਿਆਂ ਦਾ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।